Hello, good morning everyone. ਕਿਵੇਂ ਹੋ ਤੁਸੀਂ ਸਾਰੇ? Sorry for the delaying of lectures. Now we are continuing with the module B's unit 5. Okay, so chapter's name is sensory motor stimulations. Sensory is related to the senses. Like we have 5 senses. ਤੁਹਾਨੂੰ ਪਤਾ ਹੋਏਗਾ ਕਿਹੜੇ ਕਿਹੜੇ ਹੈਗੇ ਨੇ. ਟੇਸਟ, ਸਕਿਨ ਹੈਗਾ ਆ, and eye, ear, tongue, this, right? Next is sensory motor stimulation. Motor is related to the movements of the body with the help of limbs. Limbs ਕਿਹੜੇ ਜਿਹੜੇ movements ਨੂੰ support ਕਰਦੇ ਨੇ, ਤੁਹਾਡੀਆਂ ਲੱਤਾਂ, okay? And ਉਸ ਨਾਲ ਕੀ ਹੋਏਗਾ, ਜਿਹੜੇ ਤੁਹਾਡੇ muscles ਦਾ joints ਹੈਗੇ, right? So we are proceeding with the definition. Neuromotor training approach to stimulate a damaged nervous system, very important for patients who are unable to perform any purposeful and learn movements even though they have no sensory loss. Basically there is a trouble understanding, decrease spatial awareness, three-dimensional perception, understanding how to simple device etc. ਡੈਫੀਨੇਸ਼ਨ ਨੂੰ ਇਲੈਬੋਰੇਟ ਕਰਦੇ ਹੋਏ ਮੈਂ ਤੁਹਾਨੂੰ ਇਹ ਸਮਝਾਉਣਾ ਚਾਹੂੰਗੀ ਕਿ ਇਸ 'ਚ ਕੀ ਹੈਗਾ ਕਿ ਜਿੰਨੀਆਂ ਵੀ ਸਾਡੀਆਂ ਮੂਵਮੈਂਟਸ ਹੁੰਦੀਆਂ ਨੇ ਬੋਡੀ ਦੀਆਂ, ਜਿੰਨੀਆਂ ਵੀ ਲਾਈਕ ਤੁਸੀਂ ਤੁਹਾਡੇ ਸੈਂਸਿਸ ਹੈਗੇ ਨੇ ਜਿਸ ਤਰ੍ਹਾਂ ਵਰਕ ਕਰਦੇ ਨੇ, ਜਾਂ ਤੁਹਾਡੀ ਤੁਹਾਡੇ ਮੂਵਮੈਂਟਸ ਹੈਗੀਆਂ, ਤੁਹਾਡੀ ਮੋਬਿਲਿਟੀ ਹੈਗੀ ਆ, that is all controlled by your nervous system. ਤੁਹਾਡੇ ਜਿਹੜਾ ਨਰਵਸ ਸਿਸਟਮ ਹੈਗਾ ਇਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਦਾ. ਸਪੋਜ਼ ਤੁਸੀਂ ਇੱਥੇ ਪਿੰਚ ਕਰਦੇ ਹੋ ਤੇ ਪਿੰਚ ਕਰਨ ਤੋਂ ਬਾਅਦ ਜਿਹੜਾ ਦੁੱਖ ਲੱਗਦਾ ਆ, ਉਹ ਕੀ ਹੈ, ਸਾਡੇ ਰਿਸੈਪਟਰਸ ਜਿਹੜੇ ਹੈਗੇ ਨੇ ਉਹ ਮੈਸੇਜ ਕਰਦੇ ਨੇ ਸਾਡੇ ਨਰਵਸ ਸਿਸਟਮ ਨੂੰ ਕਿ ਅਸੀਂ ਕਿੱਦਾਂ ਦਾ ਫੇਸ ਬਣਾਉਣਾ ਹੈ, ਜਾਂ ਅਸੀਂ ਦੁੱਖ ਲੱਗਿਆ ਤਾਂ ਅਸੀਂ ਦੁੱਖ ਵਾਲਾ ਮੂੰਹ ਬਣਾਉਣਾ ਹੈ, ਜੇ ਸਾਨੂੰ ਕੋਈ ਖੁਸ਼ੀ ਵਾਲੀ ਨਿਊਜ਼ ਮਿਲੀ ਹੈ ਦੈਨ ਅਸੀਂ ਖੁਸ਼ੀ ਵਾਲਾ ਮੂੰਹ ਬਣਾਉਣਾ, ਰਾਈਟ? ਸੋ ਦੈਟ ਇਜ਼ ਦ ਸਿੰਪਲ ਮੀਨਿੰਗ ਆਫ ਡੈਫੀਨੇਸ਼ਨ ਕਿ ਜਿਹੜੇ ਨਿਊਰੋਨਸ ਹੁੰਦੇ ਨੇ ਉਹ ਸਭ ਤੋਂ ਵੱਧ ਹੈਲਪਫੁਲ ਹੁੰਦੇ ਨੇ ਤੁਹਾਡੀਆਂ ਜਿਹੜੀਆਂ ਮੂਵਮੈਂਟਸ ਹੈਗੀਆਂ ਨੇ ਉਹਨਾਂ ਦੇ ਲਈ, ਕਿਉਂਕਿ ਜਿਹੜੇ ਨਿਊਰੋਨਸ ਨੇ ਉਹ ਤੁਹਾਡੇ ਨਰਵਸ ਸਿਸਟਮਸ ਨੂੰ ਜਿਹੜਾ ਮੈਸੇਜ ਭੇਜਦੇ ਰਹਿੰਦੇ ਨੇ. ਜਦੋਂ ਤੁਹਾਡਾ ਨਰਵਸ ਸਿਸਟਮ ਤੱਕ ਜਿਹੜੀ ਚੀਜ਼ ਮੈਸੇਜ ਪਹੁੰਚਾਉਂਦੀ ਹੈ, ਦੈਟ ਇਜ਼ ਨਿਊਰੋਨਸ, ਜਦੋਂ ਡੈਮੇਜ ਹੋ ਜਾਂਦੇ ਨੇ ਦੈਨ ਆਟੋਮੈਟਿਕਲੀ ਜਿਹੜੀ ਤੁਹਾਡੀਆਂ ਸੈਂਸਰੀ ਮੋਟਰ ਐਕਟੀਵਿਟੀਜ਼ ਹੈਗੀਆਂ ਨੇ ਉਹ ਕੀ ਹੁੰਦੀਆਂ ਨੇ, ਉਹ ਡਿਕਰੀਜ਼ ਹੋ ਜਾਂਦੀਆਂ, ਰਾਈਟ? Next is why are sensory and motor neurons sometime very long? ਕਿਉਂ ਜਿਹੜੇ ਸੈਂਸਰੀ ਮੋਟਰ ਕੀ ਹੁੰਦਾ ਕਿ ਇੱਕ ਬੰਦੇ ਨੂੰ ਕੋਈ ਚੁੰਡੀ ਚਾਂਡੀ ਸਪੋਜ਼ ਵੱਡੀ ਹੈਗੀ, ਪਿੰਚ ਕੀਤਾ, ਉਹ ਨਹੀਂ ਇੰਨਾ ਪਤਾ ਲੱਗਦਾ ਹੈ ਨਾ, ਕਿ ਹੌਲੀ ਹੌਲੀ ਤੁਰਦੇ ਨੇ, ਜਾਂ ਕਈਆਂ ਨੂੰ ਘੱਟ ਸੁਣਨਾ ਤਾਂ ਓਬਵੀਅਸਲੀ ਇਜ਼ ਅ ਏਜ ਫੈਕਟਰ ਹੋ ਸਕਦਾ ਆ, ਜਾਂ ਕੋਈ ਤੁਹਾਡੀ ਜੈਨੇਟਿਕਲ ਪ੍ਰੋਬਲਮ ਹੋ ਸਕਦੀ ਆ. But yes, we are proceeding with the sensory and motor neurons are sometimes very long so that the impulses can be carried away from the body very quickly. In the motor neuron, the impulses jump over the fatty tissue to node of Ranvier. मतलब इस की हैगा node of Ranvier is like a tissue bed कह लो जिन्हों. इस की हुंदा या कि ਜਿਹੜੇ ਰਿਸੈਪਟਰਸ ਤੁਹਾਡਾ ਮੈਸੇਜ ਰਿਸੀਵ ਕਰਕੇ ਵਿਦ ਹੈਲਪ ਆਫ ਨਿਊਰੋਨਸ ਤੁਹਾਡਾ ਜਿਹੜਾ ਮੈਸੇਜ ਹੈਗਾ ਨਰਵਸ ਸਿਸਟਮ ਤੱਕ ਪਹੁੰਚਾਉਂਦੇ ਨੇ, ਉਹ ਸਮਹਾਉ ਕੀ ਹੋ ਜਾਂਦੇ, ਉਹ ਜਿਹੜੇ ਉਹਨਾਂ ਦੀ ਪ੍ਰੋਸੈਸਿੰਗ ਹੈਗੀ ਉਹ ਸਲੋ ਡਾਊਨ ਹੋ ਜਾਂਦੀ ਹੈ. ਇਸ ਕਰਕੇ ਉਹਨਾਂ ਦਾ ਜਿਹੜਾ ਟਾਈਮ ਸਪੈਨ ਹੈਗਾ ਦੈਟ ਸ਼ੁੱਡ ਬੀ ਲੌਂਗ, ਰਾਈਟ? ਵਾਈ ਡੂ sensory and motor nerves work? ਕਿਉਂ ਕੰਮ ਕਰਦੇ ਨੇ? ਸੌਰੀ, how do sensory motor nerves work? Sensory nerves carry nerve impulses from the sense organs मैं ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ eyes, skin, nose, ear and tongue to central nervous system. ਮਤਲਬ ਕੀ ਹੈ, ਕੋਈ ਵੀ ਜਿਹੜਾ ਮੈਸੇਜ ਹੈਗਾ ਉਹ ਰਿਸੀਵ ਕਰਨਾ ਆ ਕਿਸ ਦੇ ਥਰੂ, with this 5 sensory organs. after that ਕੀ ਕਰਨਾ ਆ, ਉਹ ਜਿਹੜਾ ਜੋ ਤੁਸੀਂ ਦੇਖਿਆ, ਸੁਣਿਆ ਜਾਂ ਫੀਲ ਕੀਤਾ, ਉਹਨੂੰ ਨਰਵ ਇੰਪਲਸਿਸ ਦੇ ਥਰੂ
ਜਿਹੜਾ ਰਿਸੀਵ ਕਰਕੇ ਨਰਵਸ ਸਿਸਟਮ ਤੱਕ ਪਹੁੰਚਾਉਂਦੇ ਆ, ਰਾਈਟ। Motor nerves then carry those impulses from the central nervous system to the muscles and glands. Nervous system ਤੋਂ ਬਾਅਦ ਕੀ ਹੁੰਦਾ ਆ ਕਿ ਜਿਹੜਾ ਮੈਸੇਜ ਤੁਹਾਨੂੰ ਤੁਹਾਡੇ ਨਰਵਸ ਸਿਸਟਮ ਨੂੰ with the help of nerve impulses ਤੁਹਾਨੂੰ ਮਿਲਿਆ ਹੈਗਾ ਆ, ਤੇ ਜਿਹੜਾ ਮੈਸੇਜ ਦੇਖਿਆ ਸੁਣਿਆ ਤੁਹਾਡੀ ਅੱਖਾਂ ਨੇ, ਕੰਨ ਨੇ, ਨੱਕ ਨੇ, ਜਾਂ ਤੁਹਾਡੀ ਸਕਿਨ ਨੇ, ਜਾਂ ਤੁਹਾਡੀ ਜੀਭ ਨੇ, ਸਪੋਜ਼ ਮਿਰਚਾਂ ਲੱਗੀਆਂ ਹੈ ਨਾ ਤੁਹਾਡੀ ਜੀਭ ਤੇ, ਇਹ ਜਿਹੜਾ ਮੈਸੇਜ ਹੈਗਾ ਨਰਵ ਇੰਪਲਸਿਸ ਦੇ ਥਰੂ ਤੁਹਾਡੇ ਨਰਵਸ ਸਿਸਟਮ ਤੱਕ ਪੁੱਜਿਆ। ਉਸ ਤੋਂ ਬਾਅਦ ਚੋਂ ਕੀ ਹੋਏਗਾ, ਨਰਵਸ ਸਿਸਟਮ ਤੋਂ ਪੁੱਜਣ ਤੋਂ ਬਾਅਦ ਸੈਪਰੇਟ ਹੋ ਜਾਏਗਾ ਇਨ ਦਾ ਮਸਲਸ ਐਂਡ ਗਲੈਂਡਸ। ਇਸ ਤਰ੍ਹਾਂ ਇਹ ਜਿਹੜਾ ਹੈਗਾ ਵਰਕ, ਇਹ ਪ੍ਰੋਸੈਸ ਚੱਲਦੀ ਰਹਿੰਦੀ ਆ, ਰਾਈਟ। ਨੈਕਸਟ ਇਜ਼ ਓਰੀਐਂਟੇਸ਼ਨ ਐਂਡ ਮੋਬਿਲਿਟੀ। ਓਰੀਐਂਟੇਸ਼ਨ ਇਜ਼ ਸਿੰਪਲੀ ਇਨਫੋਰਮੇਸ਼ਨ। ਤੁਸੀਂ ਕਿਸੇ ਵੀ ਸਕੂਲ ਕਾਲਜ 'ਚ ਐਡਮਿਸ਼ਨ ਲੈਂਦੇ ਹੋ, ਤੁਹਾਡਾ ਫਸਟ ਡੇ ਓਰੀਐਂਟੇਸ਼ਨ ਡੇ ਹੁੰਦਾ ਹੈਗਾ। ਉਸ 'ਚ ਕੀ ਹੁੰਦਾ ਓਰੀਐਂਟੇਸ਼ਨ ਡੇ 'ਚ ਕਿ ਤੁਹਾਨੂੰ ਸਾਰਾ ਕੁਛ ਦਿਖਾਇਆ ਜਾਂਦਾ ਹੈ ਕਿ ਓਕੇ ਜੀ ਦਿਸ ਇਜ਼ ਸਕੂਲ, ਇਹ ਇੱਥੇ ਕੰਟੀਨ ਹੈ, ਇੱਥੇ ਲਾਇਬ੍ਰੇਰੀ ਆ, ਦਿਸ ਇਜ਼ ਯੋਰ ਕਲਾਸ, ਦਿਸ ਇਜ਼ ਪ੍ਰਿੰਸੀਪਲ ਰੂਮ, ਦਿਸ ਇਜ਼ ਸਟਾਫ ਰੂਮ ਐਂਡ ਦਿਸ ਇਜ਼ ਲਾਇਬ੍ਰੇਰੀ, ਯੂ ਨੋ ਐਵਰੀਥਿੰਗ। ਦੈਟ ਇਜ਼ ਦਾ ਓਰੀਐਂਟੇਸ਼ਨ, ਮਤਲਬ ਇਨਫੋਰਮੇਸ਼ਨ ਦਿੱਤੀ ਜਾਂਦੀ ਆ। ਮੋਬਿਲਿਟੀ ਹੁੰਦੀ ਆ ਅਬਿਲਿਟੀ ਟੂ ਮੂਵ, ਮਤਲਬ ਵਾਕ, ਓਕੇ, ਦੈਟ ਇਜ਼। ਸੋ ਹੁਣ ਆਪਾਂ ਡੈਫੀਨੇਸ਼ਨਸ ਨਾਲ ਪ੍ਰੋਸੀਡ ਕਰਾਂਗੇ। ਡੈਫੀਨੇਸ਼ਨ ਤੁਹਾਨੂੰ ਮੈਂ ਥੋੜ੍ਹਾ ਜਿਹਾ ਹੁਣ ਐਕਸਪਲੇਨ ਕਰ ਦਿੰਦੀ ਹਾਂ, ਅਦਰਵਾਈਜ਼ ਜੋ ਮੈਂ ਪਹਿਲਾਂ ਐਕਸਪਲੇਨ ਕਰਿਆ ਦੈਟ ਵਾਟ ਇਜ਼ ਓਰੀਐਂਟੇਸ਼ਨ ਐਂਡ ਮੋਬਿਲਿਟੀ, that is the same. So orientation refer to the ability to know where you are and where you want to go, whether you are moving from one room to another or walking down for a shopping trip. ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀਗਾ, ਓਰੀਐਂਟੇਸ਼ਨ ਇਜ਼ ਸਿੰਪਲੀ ਦ ਇਨਫੋਰਮੇਸ਼ਨ। ਉਹ ਹੋ ਸਕਦਾ ਕਿ ਇੱਕ ਰੂਮ ਤੋਂ ਤੁਸੀਂ ਦੂਜੇ ਰੂਮ 'ਚ ਜਾ ਰਹੇ ਹੋ, ਤੁਰ ਕੇ ਜਾ ਰਹੇ ਹੋ, ਜਾਂ ਜੇ ਤੁਹਾਡੇ ਕੋਲ ਕੁਛ ਹੋਰ ਯੂ ਆਰ ਅਨਏਬਲ ਟੂ ਵਾਕ, ਤੁਹਾਡੇ ਜਿਹੜੀ ਮੋਬਿਲਿਟੀ ਹੈਗੀ ਆ ਦੈਟ ਇਜ਼ ਸਮਹਾਉ ਜ਼ੀਰੋ, ਉਹ ਏਜ ਫੈਕਟਰ ਕਰਕੇ ਜ਼ੀਰੋ ਹੈਗੀ ਆ, ਜਾਂ ਜੋ ਵੀ ਰੀਜ਼ਨਸ ਹੈਗੇ ਨੇ, ਤੁਸੀਂ ਆਪਣੇ ਜਿਹੜੇ ਵਾਕਿੰਗ ਡਿਵਾਈਸਿਸ ਹੈਗੇ ਆ ਉਹਨਾਂ ਦੀ ਹੈਲਪ ਨਾਲ ਇੱਧਰ ਉੱਧਰ ਜਾ ਰਹੇ ਹੋ, ਦੈਟ ਇਜ਼ ਓਰੀਐਂਟੇਸ਼ਨ। ਮੋਬਿਲਿਟੀ refers to the ability to move safely, efficiently and effectively from one place to another, such as being able to walk without tripping, falling, cross streets and use public transportation. Obviously mobility is the process of moving, okay, movements। simply ਕਹਿ ਦੋ ਉਹ ਇੱਕ ਰੂਮ ਤੋਂ ਦੂਜੇ ਰੂਮ ਹੋ ਸਕਦੀ ਹੈ, ਘਰ ਤੋਂ ਬਾਹਰ ਹੋ ਸਕਦੀ ਹੈ, ਗਲੀ 'ਚ ਹੋ ਸਕਦੀ ਹੈ, ਕਮਰਿਆਂ 'ਚ ਹੋ ਸਕਦੀ ਹੈ, ਘਰ ਤੋਂ ਬਾਹਰ ਪਾਰਕ 'ਚ ਹੋ ਸਕਦੀ ਹੈ, ਸਟਰੀਟਸ 'ਤੇ ਹੋ ਸਕਦੀ ਹੈ, ਕਿਤੇ ਵੀ ਹੋ ਸਕਦੀ ਹੈ। ਨੈਕਸਟ ਇਜ਼ what skills are taught through O&M. O&M here is orientation and mobility. So ਕੀ ਤੁਹਾਨੂੰ ਕਿਹੜੇ ਸਕਿੱਲਸ ਪੜ੍ਹਾਏ ਜਾਂਦੇ ਨੇ? ਸੈਂਸਰੀ ਅਵੇਅਰਨੈਸ, obviously sensory is related to the senses, ਕਿੱਦਾਂ ਸਮੈਲ ਕਰਨਾ ਆ ਤੁਹਾਨੂੰ, bad touch, good touch, everything. Subtle concepts, realizing the object even if not heard and felt, understanding that. Subtle concepts ਹੁੰਦੇ ਕਿ ਉਹ ਚੀਜ਼ਾਂ ਤੇ ਬਲੀਵ ਨਹੀਂ ਕਰਨਾ ਜਿਹੜੇ ਤੁਸੀਂ ਖੁਦ ਦੇਖੀਆਂ ਜਾਂ ਸੁਣੀਆਂ ਨਾ ਹੋਣ, ਜਾਂ ਤੁਸੀਂ ਐਕਸਪੀਰੀਅੰਸ ਨਾ ਕਰਿਆ ਹੋਣ। Next is a relationship which exists between object and the environment, setting skills, location, items or place efficiently, ਮਤਲਬ ਕਿੱਥੇ ਤੁਸੀਂ ਰਹਿੰਦੇ ਹੋ, ਕਿਹੜੀ ਚੀਜ਼ ਤੁਹਾਡੇ ਘਰ 'ਚ ਕਿੱਥੇ ਪਈ ਹੈ, that all comes under orientation and mobility. Orientation is information ਕਿ ਓਕੇ ਜੇ ਸਪੋਜ਼ ਯੂ ਨੀਡ ਕੈਂਡਲ, ਸਪੋਜ਼ ਤੁਹਾਡੇ ਘਰ 'ਚ ਲਾਈਟ ਨਹੀਂ ਹੈਗੀ, ਤੁਹਾਨੂੰ ਪਤਾ ਤੁਸੀਂ ਵੈਲ ਓਰੀਐਂਟਡ ਹੈਗੇ ਹੋ, ਤੁਹਾਨੂੰ ਪਤਾ ਕਿ ਓਕੇ ਕੈਂਡਲ ਕਿਚਨ 'ਚ ਪਈ ਹੋਏਗੀ, ਉੱਥੇ ਜਿਹੜੀ ਹੈ ਮੈਚ ਸਟਿਕ ਪਈ ਹੋਏਗੀ, ਐਂਡ ਮੈਂ ਉੱਥੋਂ ਚੱਕ ਕੇ ਤੁਰ ਕੇ ਤੇ ਕੈਂਡਲ ਨੂੰ ਜਿਹੜਾ ਹੈਗਾ ਆ ਲਿਟ ਕਰਨਾ ਆ। ਸੋ ਦੈਟ ਇਜ਼ independent movements, मतलब without any crawling, roller, stroller, walking chair, ਉਸ ਤੋਂ ਬਿਨਾਂ ਤੁਰਨਾ। next is sight guides. sight guide ਮਤਲਬ ਕਿ suppose ਤੁਸੀਂ ਕਿਤੇ ਬਾਹਰ traveling ਲਈ ਜਾ ਰਹੇ ਹੋ ਤਾਂ sight is the view, the place, the area you are going to visit, that is sight, okay. ਨੈਕਸਟ ਇਜ਼ ਪ੍ਰੋਟੈਕਟਿਵ ਟੈਕਨੀਕਸ, ਆਪਣੇ ਆਪ ਨੂੰ ਕਿੱਦਾਂ ਪ੍ਰੋਟੈਕਟ ਕਰਨਾ। ਕਈ ਵਾਰੀ ਤੁਸੀਂ ਕਿਤੇ ਜਾਂਦੇ ਹੋ, ਸਪੋਜ਼ ਤੁਹਾਡੀ ਜਿਹੜੀ ਆਈਜ਼ ਹੈਗੀਆਂ ਦੈਟ ਆਰ ਨਾਟ ਪ੍ਰੋਪਰਲੀ ਵਰਕਿੰਗ, ਸੋ ਉਸ 'ਚ ਕੀ ਹੋਏਗਾ ਕਿ ਤੁਸੀਂ ਜਿਹੜਾ ਹੈਗਾ ਆ ਤੁਸੀਂ ਸੇਫਲੀ
ਕਿਸੇ ਦੇ ਘਰ 'ਚ ਤੁਸੀਂ ਫੈਮਲੀਅਰ ਨਹੀਂ ਹੈਗੇ, ਤੁਸੀਂ ਆਪਣੇ ਘਰ 'ਚ ਫੈਮਲੀਅਰ ਹੈਗੇ ਹੋ, ਸੋ ਤੁਸੀਂ ਇੱਕ ਸੇਫ ਵੇ ਨਾਲ ਵਾਕ ਕਰਨਾ ਹੈਗਾ। ਹੋ ਸਕਦਾ ਤੁਹਾਡੇ ਕੋਲ ਸਟਿਕ ਹੈਗੀ ਹੈ ਜਿਹੜੀ ਸਮਹਾਉ ਜਿਨ੍ਹਾਂ ਦੀਆਂ ਆਈਜ਼ ਪ੍ਰੋਪਰਲੀ ਆਈਸਾਈਟ ਵਰਕ ਨਹੀਂ ਕਰਦੀ ਜਾਂ ਅੰਧੇ ਹੁੰਦੇ ਨੇ, ਉਹਨਾਂ ਕੋਲ ਇੱਕ ਸਟਿਕ ਹੁੰਦੀ ਹੈ, ਛੜੀ ਹੁੰਦੀ ਆ ਜਿਹੜੀ ਉਹਨਾਂ ਨੂੰ ਹੈਲਪ ਕਰਦੀ ਆ, ਰਾਈਟ। ਦੈਨ ਇਜ਼ ਕੇਨ ਸਕੇਲਸ। ਕੇਨ ਸਕੇਲਸ ਕੀ ਹੁੰਦਾ ਆ ਕਿ ਉਹ ਦੈਟ ਕੇਨ ਜਿਹਦੀ ਆਪਾਂ ਹੁਣ ਗੱਲ ਕਰ ਰਹੇ ਸੀ, ਉਹਦੇ ਨਾਲ ਆਪਣਾ ਵੇ ਆਊਟ ਫਾਈਂਡ ਕਰਨਾ, ਓਕੇ। ਕਿਉਂਕਿ ਉਹ ਲੰਬੀ ਹੁੰਦੀ ਹੈ, ਉਹਨੂੰ ਤੁਸੀਂ ਤੁਰਨ ਤੋਂ ਪਹਿਲਾਂ ਆਪਣੇ ਰਸਤੇ 'ਚ ਦੇਖਦੇ ਹੋ ਲਾ ਕੇ ਕਿ ਕੋਈ ਅੱਗੇ ਓਬਜੈਕਟ ਤਾਂ ਨਹੀਂ ਪਿਆ ਜਿਸ 'ਚ ਮੈਂ ਵੱਜ ਕੇ ਗਿਰ ਨਾ ਜਾਵਾਂ ਜਾਂ ਤੁਹਾਡਾ ਕਲਾਇੰਟ ਨਾ ਗਿਰ ਜਾਵੇ, ਓਕੇ। assessive devices and barrier free environment। assessive devices ਕੀ ਹੁੰਦੇ ਨੇ? assessive devices is ਕਿ ਇੱਕ ਲਾਅ ਬਣਿਆ ਸੀ 1990 ਵਿੱਚ, ਜਿਸ 'ਚ ਕੀ ਸੀਗਾ ਕਿ ਇੰਡੀਵਿਜੂਅਲੀ ਲੋਕਾਂ ਨੂੰ ਗਾਈਡ ਕੀਤਾ ਗਿਆ ਸੀਗਾ ਕਿ ਉਹ ਜਿਹੜਾ ਹੈਗਾ ਆ ਅਗਰ ਉਹ ਤੁਰਨ ਫਿਰਨ 'ਚ ਕਾਬਿਲ ਨਹੀਂ ਹੈਗੇ ਦੈਨ ਉਹ ਯੂਜ਼ ਕਰ ਸਕਦੇ ਨੇ ਬਹੁਤ ਸਾਰੇ ਇੱਦਾਂ ਦੇ ਡਿਵਾਈਸਿਸ, ਜਿੱਦਾਂ ਵੀਲ ਚੇਅਰਸ ਹੋ ਗਈਆਂ, ਕ੍ਰੋਲਰਸ ਹੋ ਗਏ, ਸਟ੍ਰੋਲਰਸ ਹੈਗੇ ਆ ਨਾ, ਵਾਕਿੰਗ ਚੇਅਰਸ ਹੈਗੀਆਂ ਆ, ਜਾਂ ਕਰਚੀਜ਼ ਹੈਗੇ ਨੇ, ਇੱਦਾਂ ਦੇ ਜਿਹੜੇ ਕਿ ਸਰਜਰੀ ਤੋਂ ਬਾਅਦ ਉਹਨਾਂ ਨੂੰ ਪ੍ਰੋਵਾਈਡ ਕਰੇ ਗਏ ਹੈਗੇ ਨੇ। ਸਪੋਜ਼ ਕੋਈ ਐਕਸੀਡੈਂਟ 'ਚ ਕਿਸੇ ਨੇ ਆਪਣੀ ਲੱਤਾਂ ਗਵਾ ਲੀਆਂ ਜਾਂ ਉਹਨਾਂ ਨੂੰ ਆਰਟੀਫਿਸ਼ੀਅਲ ਜਿਹੜੇ ਆਰਗਨਸ ਜਾਂ ਆਰਟੀਫਿਸ਼ੀਅਲ ਲੈਂਬਸ ਪ੍ਰੋਵਾਈਡ ਕਰੇ ਗਏ ਆ, ਪਲਾਸਟਿਕ ਦੇ ਜੋ ਬਣੇ ਹੁੰਦੇ ਨੇ ਨਾ, ਤੁਸੀਂ ਦੇਖਿਆ ਹੋਏਗਾ ਹੱਥ ਲੱਤ। ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਟੈਕਨੋਲੋਜੀ ਨੇ ਜਿਹੜਾ ਹੈਗਾ ਤਰੱਕੀ ਕਰ ਲਿਆ, ਸੋ ਉਸ 'ਚ ਕੀ ਹੈਗਾ ਆ ਬਹੁਤ ਸਾਰੇ ਇੱਦਾਂ ਦੇ ਤੁਸੀਂ ਵੀਡੀਓਜ਼ ਦੇਖਦੇ ਹੋਵੋਗੇ ਇਫ ਯੂ ਆਰ ਯੂਜ਼ਿੰਗ ਇੰਸਟਾ ਐਂਡ ਸਮ ਕਾਈਂਡ ਆਫ ਅਦਰ ਸੋਸ਼ਲ ਸਾਈਟਸ ਔਰ ਸੋਸ਼ਲ ਐਪਸ। ਤੁਸੀਂ ਬਹੁਤ ਸਾਰੇ ਇੱਦਾਂ ਦੇ ਦੇਖਦੇ ਹੋਵੋਗੇ ਕਿ ਲੱਤਾਂ ਵਿੱਚ ਪੈਰਾਂ ਵਿੱਚ ਪਾਉਣ ਲਈ ਉਹ ਸਪਰਿੰਗ ਵਾਲੇ ਸ਼ੂਜ਼ਿਜ਼ ਹੈਗੇ ਨੇ, ਜਾਂ ਸਾਡੇ ਮੂਵੇਬਲ ਹੈਂਡਸ ਵੀ ਆਉਣ ਲੱਗ ਗਏ ਨੇ। ਸਪੋਜ਼ ਕਿਸੇ ਦਾ ਐਂਪੂਟੇਟ ਕੀਤਾ ਹੁੰਦਾ ਆ ਅੰਗ, ਕੋਈ ਕੱਟ ਦਿੱਤਾ ਹੈਗਾ, ਦੈਨ ਆਰਟੀਫਿਸ਼ੀਅਲ ਜਿਹੜਾ ਅਸੀਂ ਲਿੰਫ ਜਿਹੜਾ ਲਗਵਾ ਸਕਦੇ ਹਾਂ, ਰਾਈਟ। ਸੋ ਇੱਦਾਂ ਹੀ ਕੀ ਹੈਗਾ ਆ, ਹੀਅਰਿੰਗ ਏਡਸ ਹੈਗੇ, ਜਿਹੜੇ ਬੰਦੇ ਸੁਣ ਬੋਲ ਨਹੀਂ ਸਕਦੇ ਹੈਗੇ, ਸੁਣ ਨਹੀਂ ਸਕਦੇ, ਸਪੈਸ਼ਲੀ ਉਹਨਾਂ ਲਈ ਬਹੁਤ ਸਾਰੇ ਹੀਅਰਿੰਗ ਮਸ਼ੀਨਸ ਹੈਗੀਆਂ, ਜਾਂ ਬਜ਼ੁਰਗ ਹੈਗੇ ਨੇ ਸਮਹਾਉ ਏਜ ਫੈਕਟਰ ਦੇ ਨਾਲ ਉਹਨਾਂ ਨੂੰ ਜੇ ਸੁਣਨਾ ਘੱਟ ਹੋ ਗਿਆ ਹੈਗਾ ਦੈਨ ਕੀ ਕਰਦੇ ਨੇ ਉਹ ਹੀਅਰਿੰਗ ਏਡਸ ਲਵਾ ਲੈਂਦੇ ਨੇ ਉਹ ਸੁਣਨ ਨਾਲ ਜਾਂ ਮਸ਼ੀਨਾਂ ਦੀਆਂ, ਓਕੇ। ਨੈਕਸਟ ਇਜ਼ ਬੈਰੀਅਰ ਫ੍ਰੀ ਇਨਵਾਇਰਮੈਂਟ। ਬੈਰੀਅਰ ਫ੍ਰੀ ਇਨਵਾਇਰਮੈਂਟ ਦਾ ਮਤਲਬ ਕੀ ਹੈਗਾ ਕਿ ਤੁਸੀਂ ਸਪੋਜ਼ ਤੁਹਾਡਾ ਕਲਾਇੰਟ ਤੁਹਾਡੇ ਘਰ ਹੈਗਾ ਆ ਐਂਡ ਉਹ ਤੁਰ ਫਿਰ ਨਹੀਂ ਸਕਦਾ ਪ੍ਰੋਪਰਲੀ, ਅਤੇ ਤੁਸੀਂ ਉਹਨੂੰ ਇੱਦਾਂ ਦਾ ਇਨਵਾਇਰਮੈਂਟ ਪ੍ਰੋਵਾਈਡ ਕਰਨਾ ਜਿਸ 'ਚ ਉਹਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰੋਬਲਮ ਨਾ ਹੋਵੇ, ਐਂਡ ਉਹ ਫਰੀਲੀ ਸਪੋਜ਼ ਉਹ ਵੀਲ ਚੇਅਰ 'ਤੇ ਹੈਗਾ ਆ ਦੈਨ ਉਹ ਫਰੀਲੀ ਆਪਣੀ ਵੀਲ ਚੇਅਰ 'ਤੇ ਮੂਵ ਕਰ ਸਕੇ ਵਨ ਪਲੇਸ ਟੂ ਅਨਦਰ ਪਲੇਸ। ਪਲੇਸ ਹੀਅਰ ਇਜ਼ ਵਨ ਰੂਮ ਟੂ ਅਨਦਰ ਰੂਮ। ਇੱਦਾਂ ਦੇ ਕੋਈ ਸਟੇਅਰਸ ਨਹੀਂ ਹੋਣੀਆਂ ਚਾਹੀਦੀਆਂ, ਸਿੰਪਲ ਪਲੇਨ ਗਰਾਊਂਡ ਹੋਣਾ ਚਾਹੀਦਾ ਐਂਡ ਜ਼ਿਆਦਾ ਫਰਨੀਚਰ ਐਂਡ ਕੁਛ ਇੱਦਾਂ ਦੀਆਂ ਚੀਜ਼ਾਂ ਉਹਦੇ ਵਿੱਚ ਪਲੇਸ ਨਹੀਂ ਕਰਨੀਆਂ ਜਿਸ ਕਰਕੇ ਉਹਨੂੰ ਜਿਹੜੀ ਹੈਗੀ ਆ ਪ੍ਰੋਬਲਮ ਹੋਵੇ। ਸੋ ਦਿਸ ਇਜ਼ ਦ ਐਂਡ ਆਫ ਯੂਨਿਟ 5 ਆਫ ਮੋਡਿਊਲ B। ਕਿਸੇ ਨੂੰ ਕੁਛ ਵੀ ਚੀਜ਼ ਨਹੀਂ ਸਮਝ ਆਈ ਹੋਵੇ ਦੈਨ do leave your comments or voice notes, will clarify all the queries. Thank you so much. Saturday Sunday ਹੁਣ lockdown ਹੁੰਦਾ ਹੈ, so next we will proceed with the unit 6 of module B on Monday onwards. Thank you so much. Take care.